ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਪੂਰੀ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਅਲੱਗ ਹੀ ਡਰ ਪੈਦਾ ਹੋ ਚੁੱਕਾ ਹੈ, ਜੋ ਕਿ ਰੈਗੂਲਰ ਚੈੱਕਅਪਸ ਨੂੰ ਲੈ ਕੇ, ਡਾਕਟਰਸ ਦੇ ਕੋਲ ਜਾਣ ਨੂੰ ਲੈ ਕੇ ਜਾਂ ਹਸਪੀਟਲਸ ਦੇ ਵਿੱਚ ਐਂਟਰ ਕਰਨ ਨੂੰ ਲੈ ਕੇ ਵੀ ਵੱਧਦਾ ਜਾ ਰਿਹਾ ਹੈ। ਪਰ ਇਸ ਬਾਰੇ ਸਾਡੇ ਨਾਲ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਜਲੰਧਰ ਤੋਂ ਸੈਂਟਰਲ ਹਸਪੀਟਲ, ਸੰਤਾਨ ਹਸਪੀਟਲ ਦੇ ਡਾਕਟਰ ਅਮਿਤਾ ਸ਼ਰਮਾ ਜੀ। ਸੋ ਮੈਮ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਸੋ ਮੈਮ, ਸਭ ਤੋਂ ਵੱਡੀ ਚੀਜ਼ ਇਸ ਵੇਲੇ ਕੋਵਿਡ-19 ਦੇ ਆਉਣ ਤੋਂ ਬਾਅਦ ਕਿੰਨਾ ਕੁ ਜ਼ਿਆਦਾ ਇਫੈਕਟ ਆਇਆ ਹੈ ਪ੍ਰਾਈਵੇਟ ਸੈਕਟਰ ਨੂੰ, ਪ੍ਰਾਈਵੇਟ ਡਾਕਟਰਸ ਨੂੰ, ਪ੍ਰਾਈਵੇਟ ਹੈਲਥ ਸੈਕਟਰ ਨੂੰ? ਜਿਹੜਾ ਸਾਡੀ ਸਪੈਸ਼ਲਿਟੀ ਹੈ OB-GYN, ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪਿਆ, ਲੇਕਿਨ ਜਿੰਨੇ ਸਾਡੇ ਪਲੈਨਡ ਪ੍ਰੋਸੀਜਰਸ ਹੈ ਜਾਂ ਇਲੈਕਟਿਵ ਸਰਜਰੀ ਸੀਗੀਆਂ ਉਹ ਅਸੀਂ ਹਾਲੇ ਪੈਂਡਿੰਗ ਰੱਖ ਲਈ ਹੈ ਔਰ ਉਹਦੇ ਨਾਲ ਡੈਫੀਨੇਟਲੀ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਇਨਕਨਵੀਨੀਅੰਸ ਆ ਰਹੀ ਹੈ, ਕਿਉਂਕਿ ਜਿਹੜੀ ਬਿਮਾਰੀ ਦਾ ਇਲਾਜ ਆਪਰੇਸ਼ਨ ਹੈ, ਅਗਰ ਅਸੀਂ ਉਹਨਾਂ ਨੂੰ ਉਸ ਦੌਰਾਨ ਮੈਡੀਸਿਨਸ ਦੇ ਕੇ ਕੁਝ ਵੇਟ ਕਰਨ ਲਈ ਕਹਿੰਦੇ ਹਾਂ ਤਾਂ ਕੁਝ ਹੱਦ ਤੱਕ ਬਿਮਾਰੀ ਦੇ ਵੀ ਪ੍ਰੋਗਰੈਸ ਕਰਨ ਦੇ ਚਾਂਸਸ ਹੈ ਔਰ ਪੇਸ਼ੈਂਟਸ ਨੂੰ ਦਵਾਈਆਂ ਦੇ ਨਾਲ ਲਿਵ ਕਰਨਾ ਪੈ ਰਿਹਾ ਹੈ ਔਰ ਤਕਲੀਫ ਦੇ ਨਾਲ ਜੀਣਾ ਪੈ ਰਿਹਾ ਹੈ। ਸੋ ਇੱਕ ਤਾਂ ਉਹ ਪਰੇਸ਼ਾਨੀ ਆ ਰਹੀ ਹੈ ਔਰ ਦੂਸਰਾ ਜਿਹੜੇ ਰੈਗੂਲਰ OPD ਹੈ ਸਾਡੇ, ਉਹਦੇ ਵਿੱਚ ਜਿਸ ਤਰ੍ਹਾਂ ਕਿ ਪੇਸ਼ੈਂਟਸ ਆਪਣੀ ਕਨਵੀਨੀਅੰਸ 'ਤੇ ਪਹਿਲੇ ਆ ਜਾਂਦੇ ਸੀ ਆਪਣਾ ਟਾਈਮ ਨਿਕਾਲ ਕੇ, ਹੁਣ ਉਹ ਸ਼ੈਡਿਊਲਸ ਅਸੀਂ ਸਭ ਚੇਂਜ ਕਰਤੇ ਕਿਉਂਕਿ ਸਾਨੂੰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਪੈ ਰਹੀ ਹੈ। ਸੋ ਜ਼ਿਆਦਾ ਤੋਂ ਜ਼ਿਆਦਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਅਪਾਇੰਟਮੈਂਟ ਬੇਸਡ OPD ਕਰੀਏ ਤਾਂ ਕਿ ਜਿਸ ਤਰ੍ਹਾਂ ਪੇਸ਼ੈਂਟਸ ਆਉਣ ਨਾਲ ਚਲੇ ਜਾਣ, ਕਿਉਂਕਿ ਕਈ ਵਾਰ ਸਾਡੇ ਰਿਸੈਪਸ਼ਨ ਏਰੀਆਜ਼ ਜਾਂ OPD ਏਰੀਆਜ਼ ਇੰਨੇ ਵੱਡੇ ਨਹੀਂ ਹੁੰਦੇ ਕਿ ਜਿੱਥੇ ਸਾਰੇ ਪੇਸ਼ੈਂਟਸ ਇੱਕਦਮ ਇਕੱਠੇ ਅਕਮੋਡੇਟ ਕੀਤੇ ਜਾਣ। ਸੋ ਹਸਪੀਟਲ ਨੂੰ ਵੀ ਉਸ ਚੀਜ਼ ਨੂੰ ਮੈਨੇਜ ਕਰਨ 'ਚ ਡਿਫਿਕਲਟੀ ਆ ਰਹੀ ਹੈ ਔਰ ਪੇਸ਼ੈਂਟਸ ਨੂੰ ਵੀ ਆ ਰਹੀ ਹੈ। ਪਰ ਜਿਨ੍ਹਾਂ ਨੂੰ ਕੋਈ ਤਕਲੀਫ ਹੈ ਜਾਂ ਪ੍ਰੋਬਲਮ ਹੈ ਉਹਨਾਂ ਨੇ ਡਾਕਟਰਸ ਕੋਲ ਆਉਣਾ ਹੀ ਆਉਣਾ ਹੈ ਐਂਡ ਹਸਪੀਟਲਸ ਆਰ ਓਪਨ ਫਰੋਮ ਡੇ 1 ਇਨ ਸਪਾਈਟ ਆਫ ਦ ਲੋਕਡਾਊਨ। ਸੋ ਸਾਨੂੰ ਖਾਸ ਫਰਕ ਨਹੀਂ ਪੈ ਰਿਹਾ, ਪਰ ਸਾਨੂੰ ਸਾਰਾ ਆਪਣਾ ਸਿਸਟਮ ਜ਼ਰੂਰ ਚੇਂਜ ਕਰਨਾ ਪੈ ਰਿਹਾ। ਸੋ ਮੈਮ, ਇਸੇ ਦੇ ਚੱਲਦੇ ਇੱਕ ਯੂ ਆਰ ਅ ਗਾਇਨੀਕੋਲੋਜਿਸਟ, ਸੋ ਲੋਕਾਂ ਦੇ ਵਿੱਚ ਕੀ ਤੁਹਾਨੂੰ ਇੱਦਾਂ ਸੁਣਨ ਨੂੰ ਮਿਲਿਆ ਕਿ ਡਰ ਵੱਧ ਗਿਆ ਹੈ, ਪੀਪਲ ਆਰ ਅਵੋਇਡਿੰਗ ਪ੍ਰੈਗਨੈਂਸੀਜ਼ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਲੈ ਕੇ ਲੋਕ ਝਿਜਕ ਰਹੇ ਨੇ ਹਸਪੀਟਲ ਆਉਣ ਤੋਂ? ਹਾਂਜੀ, ਡੈਫੀਨੇਟਲੀ ਲੋਕ ਬਹੁਤ ਜ਼ਿਆਦਾ ਡਰ ਰਹੇ ਹੈ ਬਿਕੋਜ਼ ਬਹੁਤ ਜ਼ਿਆਦਾ ਅਵੇਅਰਨੈਸ ਇਸ ਚੀਜ਼ ਬਾਰੇ ਸਾਰੀ ਦੁਨੀਆ 'ਚ ਕ੍ਰੀਏਟ ਹੋ ਚੁੱਕੀ ਹੈ ਔਰ ਜਿਹੜੀਆਂ ਪ੍ਰੈਗਨੈਂਟ ਮਦਰਸ ਹੈ they are more susceptible to the COVID-19 infection because pregnancy ਜਿਹੜੀ ਹੈ ਉਹਦੇ ਵਿੱਚ ਸਾਡੀ ਇਮਿਊਨਿਟੀ ਘੱਟ ਜਾਂਦੀ ਹੈ, ਇਮਿਊਨੋ ਡੈਫੀਸ਼ੀਐਂਟ ਸਟੇਟ ਹੋ ਜਾਂਦੀ ਹੈ ਸਾਡੀ ਬਾਡੀ, ਅਤੇ ਜਿੰਨੀਆਂ ਲੰਗ ਡਿਜ਼ੀਜ਼ਸ ਹੈ ਉਹਨਾਂ ਨੂੰ ਜਾਂ ਰੈਸਪੀਰੇਟਰੀ ਇਲਨੈਸਿਸ ਹੈ, ਪ੍ਰੈਗਨੈਂਟ ਲੇਡੀਜ਼ ਉਹਨਾਂ ਨੂੰ ਜ਼ਿਆਦਾ ਪ੍ਰੋਨ ਹੋ ਜਾਂਦੀਆਂ। ਸੋ ਛੋਟੇ ਬੱਚੇ 6 ਮੰਥਸ ਤੋਂ ਨੀਚੇ ਔਰ 60 ਸਾਲ ਤੋਂ ਉੱਪਰ ਐਲਡਰਲੀ ਪੋਪੂਲੇਸ਼ਨ ਔਰ ਪ੍ਰੈਗਨੈਂਟ ਵੂਮਨ they are definitely at high risk, including ਜਿਹੜੇ ਲੋਕ ਕੋਈ ਹਾਈਪਰਟੈਂਸਿਵ ਹੈ, ਡਾਇਬਟਿਕ ਹੈ, ਐਸੋਸੀਏਟਿਡ ਕਿਸੇ ਨੂੰ ਹੋਰ ਕੋਈ ਕੋਮੋਰਬਿਡਿਟੀ ਹੈ, ਉਹਨਾਂ ਨੂੰ ਜ਼ਿਆਦਾ ਕੰਟੈਕਟ ਦੇ ਚਾਂਸਿਸ ਹੈ। ਸੋ ਲੋਕਾਂ 'ਚ ਬਹੁਤ ਜ਼ਿਆਦਾ ਡਰ ਹੈ ਔਰ ਪਰ ਡਰ ਦੇ ਨਾਲ ਆਈ ਫੀਲ ਕਿ ਲੋਕ ਬੜੇ ਜ਼ਿਆਦਾ ਐਜੂਕੇਟ ਵੀ ਹੋ ਗਏ ਹੈ। ਜਿਹੜਾ ਸਾਡਾ ਇਹ ਲੋਕਡਾਊਨ ਸਾਡੀ ਕੰਟਰੀ 'ਚ ਡੇ 1 ਤੋਂ ਸਟਾਰਟ ਕਰ ਦਿੱਤਾ ਹੈ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਉਸ ਦਾ ਫਾਇਦਾ ਇਹ ਹੋਇਆ ਕਿ ਨਾਓ ਆਈ ਥਿੰਕ ਪੀਪਲ ਆਰ ਮਚ ਮੋਰ ਪ੍ਰੀਪੇਅਰਡ to face the situation than maybe rest of the world. ਇੰਡੀਆ ਵਿੱਚ ਇਸ ਚੀਜ਼ ਦੀ ਅਵੇਅਰਨੈਸ, ਬਿਕੋਜ਼ ਸਾਡੀ ਕੰਟਰੀ 'ਚ ਅਵੇਅਰਨੈਸ ਬਿਲਕੁਲ ਨਹੀਂ ਸੀ, ਸੈਨੀਟਾਈਜੇਸ਼ਨ ਦੀ ਅਵੇਅਰਨੈਸ ਨਹੀਂ ਸੀ, ਸੋਸ਼ਲ ਡਿਸਟੈਂਸਿੰਗ ਨਹੀਂ ਸੀ ਔਰ ਕਾਫੀ ਹੱਦ ਤੱਕ ਲੋਕਾਂ ਨੂੰ ਬਿਮਾਰੀ ਦਾ ਪਤਾ ਹੈ। ਡਰ ਦੇ ਨਾਲ ਦੇ ਆਰ ਐਜੂਕੇਟਿਡ, ਦੇ ਆਰ ਟਰਾਈਂਗ ਟੂ ਫੋਲੋ ਆਈ ਥਿੰਕ। ਸੋ ਓਵਰਆਲ ਜੇਕਰ ਅਸੀਂ ਵੇਖਿਆ ਜਾਵੇ ਤਾਂ ਤੁਸੀਂ ਵੀ ਇਹ ਕਹਿੰਦੇ ਹੋ ਕਿ ਡਿਸੀਜਨ ਆਫ ਲੋਕਡਾਊਨ ਵਾਜ਼ ਐਕਚੁਅਲੀ ਵੈਰੀ ਗੁੱਡ। ਯੈਸ, ਆਈ ਥਿੰਕ ਸੋ। ਸੋ ਨਾਲ ਹੀ ਇੱਕ ਕੁਐਸਚਨ ਹੋਰ ਰੇਜ਼ ਹੁੰਦਾ ਆ ਕਿ ਜਿਹੜੇ ਬੱਚੇ ਨੇ ਉਹ ਕਿੰਨੇ ਕੁ ਜ਼ਿਆਦਾ ਰਿਸਕ 'ਤੇ ਨੇ ਅਤੇ ਕਿਉਂ? ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਲਈ ਪ੍ਰੀਪੇਅਰ ਹੋਣਾ ਪਏਗਾ, ਕਿਉਂਕਿ ਪੂਰੀ ਦੁਨੀਆ ਕਹਿ ਰਹੀ ਹੈ ਕਿ ਇਹ ਲੰਬੇ ਸਮੇਂ ਤੱਕ ਚੱਲਣ ਵਾਲੀ ਚੀਜ਼ ਹੈ। ਦੇਖੋ, ਕੋਵਿਡ ਨਾਓ ਇਜ਼ ਦ ਨਿਊ ਨੋਰਮ, ਅਸੀਂ ਉਸ ਦੇ ਨਾਲ ਹੀ ਜੀਣਾ, ਠੀਕ ਹੈ। ਸੋ ਸਾਨੂੰ ਆਪਣਾ ਲਾਈਫ ਸਟਾਈਲ ਸ਼ੁਰੂ ਤੋਂ ਹੁਣ ਜਿਹੜਾ ਇਹ ਚੇਂਜ ਕਰਕੇ ਰੱਖਣਾ ਪਏਗਾ। ਜੋ ਚੀਜ਼ਾਂ ਅਸੀਂ ਲੋਕਡਾਊਨ 'ਚ ਫੋਲੋ ਕਰ ਰਹੇ ਹਾਂ, ਪੋਸਟ ਲੋਕਡਾਊਨ ਵੀ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ। ਅਤੇ ਬਾਕੀ ਇਨਫੈਕਸ਼ਨ ਤੋਂ ਬਚਣਾ ਹੈ, ਹੋਰ ਕੁਛ ਨਹੀਂ। ਔਰ ਇਨਫੈਕਸ਼ਨ ਨੱਕ ਤੋਂ, ਮੂੰਹ ਤੋਂ, ਅੱਖਾਂ ਤੋਂ, ਫੇਸ ਨੂੰ ਟੱਚ ਕਰਨ ਨਾਲ ਹੁੰਦੀ ਹੈ।
ਠੀਕ ਹੈ। ਔਰ ਥੋੜ੍ਹਾ ਜਿਹਾ ਜੇ ਕੋਈ ਤੁਹਾਡੇ ਉੱਪਰ ਇੱਕਦਮ ਤੁਹਾਡੇ ਨਜ਼ਦੀਕ ਆ ਕੇ ਬੋਲੇ ਜਾਂ ਛਿੱਕੇ ਤੇ ਫਿਰ ਹੁੰਦੀ ਹੈ। ਆਪਣੇ ਛੋਟੇ ਬੱਚਿਆਂ ਨੂੰ, ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ, ਵੱਡੇ ਬਜ਼ੁਰਗਾਂ ਨੂੰ, ਉਹਨਾਂ ਨੂੰ ਸਭ ਨੂੰ ਇਸ ਚੀਜ਼ ਤੋਂ ਬਚਾ ਕੇ ਰੱਖਣਾ ਪਏਗਾ। ਜੀ ਮੈਮ, ਤੇ ਮੈਮ ਇਸੇ ਦੇ ਨਾਲ ਕੁਐਸਚਨ ਇੱਕ ਇਹ ਵੀ ਬਣਦਾ ਹੈ ਕਿ ਸਟਾਫ ਕਿੰਨਾ ਕੁ ਹਾਈ ਰਿਸਕ ਤੇ ਰਹਿੰਦਾ ਹੈ ਤੇ ਕਿਸ ਤਰੀਕੇ ਦੇ ਨਾਲ ਆਪਣੀ ਫੈਮਲੀਜ਼ ਤੋਂ ਡਿਸਟੈਂਸ ਮੇਨਟੇਨ ਕਰਦਾ ਹੈ, ਜਾਂ ਕੀ ਪ੍ਰੋਸੀਜਰ ਕੀ ਰਹਿੰਦਾ ਉਹਨਾਂ ਦੀ ਰੈਗੂਲਰ ਲਾਈਫ ਦਾ? ਹਾਂ, ਦੈਟਸ ਅ ਵੈਰੀ ਗੁੱਡ ਕੁਐਸਚਨ ਕਿ ਤੁਸੀਂ ਕਿਸੇ ਹੈਲਥ ਕੇਅਰ ਪਰਸਨਲ ਬਾਰੇ ਪੁੱਛਿਆ। ਕੱਲ੍ਹ ਸਾਡਾ ਨਰਸਿਸ ਡੇ ਸੀ ਔਰ ਇਹੀ ਆਪਾਂ ਸਾਰੇ, ਸਾਡਾ ਸਟਾਫ ਵੀ ਮੇਰੇ ਨਾਲ ਇਹ ਡਿਸਕਸ ਕਰ ਰਿਹਾ ਸੀ ਕਿ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਇਸ ਚੀਜ਼ ਤੋਂ ਘਬਰਾਉਂਦੇ ਨੇ ਕਿ ਵੀ ਇਹ ਬਾਰ-ਬਾਰ ਹਸਪੀਟਲ ਜਾਂਦੇ ਹੈ, ਪੇਸ਼ੈਂਟਸ ਨਾਲ ਡੀਲ ਕਰਦੇ ਹੈ। ਪਰ ਵਨਸ ਦੇ ਐਂਟਰ ਦਿਸ ਹਸਪੀਟਲ, ਆਈ ਸੀ ਟੂ ਇਟ ਕਿ ਸਾਰੇ ਮੇਰੇ ਜਿਹੜਾ ਸਟਾਫ ਹੈ ਉਹ ਆਪਣੀਆਂ ਪੂਰੀਆਂ PPE ਕਿਟਸ ਪਾਉਣ, ਮਾਸਕਸ ਪਾਉਣ, ਸੈਨੀਟਾਈਜ਼ਰਸ ਪਏ ਹੈ, ਬਾਰ-ਬਾਰ ਆਪਣੇ ਹੱਥ ਧੋਣ। ਸੈਨੀਟਾਈਜ਼ ਬਾਰ-ਬਾਰ ਕਰਨ ਦੇ ਨਾਲ ਆਪਣੇ ਹੱਥ ਧੋਣੇ ਵੀ ਜ਼ਰੂਰੀ ਹੈ। ਸਿਰਫ ਗਲਵਸ ਪਾ ਕੇ ਇਸ ਚੀਜ਼ ਦਾ ਸੋਲਿਊਸ਼ਨ ਨਹੀਂ ਹੈ, ਬਿਕੋਜ਼ ਗਲਵਸ ਜਦੋਂ ਅਸੀਂ ਪਾ ਲੈਂਦੇ ਹਾਂ ਤੇ ਜ਼ਿਆਦਾ ਤੋਂ ਜ਼ਿਆਦਾ ਇਨਫੈਕਸ਼ਨ ਸਾਡੇ ਗਲਵਸ 'ਤੇ ਇਕੱਠੀ ਹੋ ਜਾਂਦੀ ਹੈ। ਸੋ ਉਹਦੇ ਨਾਲ ਜ਼ਿਆਦਾ ਟੱਚ ਕਰਨ ਦੇ ਚਾਂਸਿਸ ਰਹਿੰਦੇ ਹੈ। ਅਗਰ ਅਸੀਂ ਆਪਣੇ ਹੱਥ ਬਾਰ-ਬਾਰ ਧੋਂਦੇ ਹਾਂ, ਦੈਟਸ ਮਚ ਮੋਰ ਸੇਫਰ। ਸੋ ਸਟਾਫ ਨੂੰ ਮਤਲਬ ਟ੍ਰੇਨ ਇਜ਼ ਦ ਨਿਊ ਨੋਰਮ, ਐਂਡ ਕਾਉਂਸਲ ਟੂ ਦੀ ਪੇਸ਼ੈਂਟਸ ਇਜ਼ ਦ ਨਿਊ ਨੋਰਮ, ਕਿ ਅਸੀਂ ਉਹਨਾਂ ਨੂੰ ਬਾਰ-ਬਾਰ ਇਹ ਸਮਝਾਉਂਦੇ ਹਾਂ ਕਿ ਜਦੋਂ ਤੁਸੀਂ ਘਰ ਜਾਂਦੇ ਹੋ, ਜਾ ਕੇ ਤੁਸੀਂ ਆਪਣੇ ਪਹਿਲੇ ਤੇ ਇੱਥੇ ਕਿਟਸ ਉਤਾਰ ਕੇ ਜਾਓ ਹਸਪੀਟਲ 'ਚ, ਔਰ ਘਰ ਜਾਂਦੇ ਹੀ ਆਪਣੇ ਹੱਥ ਧੋਵੋ, ਆਰਾਮ ਨਾਲ ਆਪਣੇ ਕੱਪੜੇ ਬਦਲੋ। ਕੋਈ ਪੈਨਿਕ ਕਰਨ ਦੀ ਵੀ ਜ਼ਰੂਰਤ ਨਹੀਂ ਹੈ, ਪਰ ਇੱਕਦਮ ਆਪਣੇ ਫੈਮਿਲੀ ਮੈਂਬਰਸ ਦੇ ਨਜ਼ਦੀਕ ਜਾ ਕੇ ਬੈਠਣ ਤੋਂ ਪਹਿਲੇ ਸਾਰੀਆਂ ਐਡਿਕੁਏਟ ਪ੍ਰੀਕਾਸ਼ਨਸ ਲਓ। ਤੇ ਮੈਮ ਇੱਕ ਰੀਸੈਂਟਲੀ ਸਰਵੇ ਆਇਆ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕਮਿੰਗ ਦਸੰਬਰ ਦੇ ਵਿੱਚ ਇੱਕ ਬਲਾਸਟ ਆਊਟ ਹੋਣ ਵਾਲਾ ਹੈ ਪਾਪੂਲੇਸ਼ਨ ਬਹੁਤ ਡਿਜ਼ਾਸਟਰ ਤਰੀਕੇ ਦੇ ਨਾਲ ਵਧੇਗੀ ਲੋਕਡਾਊਨ ਇਫੈਕਟਸ ਦੇ ਚੱਲਦੇ ਆ। ਇਸ ਦਾ ਰਿਐਲਿਟੀ ਚੈੱਕ ਕੀ ਹੈ? ਲੋਕ ਫੈਮਿਲੀ ਪਲੈਨਿੰਗ ਬਾਰੇ, ਅਨਵਾਂਟਡ ਪ੍ਰੈਗਨੈਂਸੀ ਬਾਰੇ ਕਿੰਨਾ ਕੁ ਅਵੇਅਰ ਨੇ ਤੇ ਕਿੰਨੇ ਕੁ ਲੋਕ ਇਸ ਚੀਜ਼ ਨੂੰ ਅਵੋਇਡ ਕਰ ਰਹੇ ਨੇ ਇਸ ਵੇਲੇ? ਅਨਵਾਂਟਡ ਪ੍ਰੈਗਨੈਂਸੀਜ਼ ਡੈਫੀਨੇਟਲੀ ਬਹੁਤ ਜ਼ਿਆਦਾ ਹੋਣ ਵਾਲੀਆਂ, ਕਿਉਂਕਿ ਕਪਲਸ ਨੂੰ ਹੁਣ ਆਪਣੇ ਵਾਸਤੇ ਬਹੁਤ ਟਾਈਮ ਮਿਲ ਗਿਆ। ਲੇਕਿਨ ਐਟ ਦ ਸੇਮ ਟਾਈਮ ਆਈ ਫੀਲ ਕਿ ਜਿਤਨੇ ਵੀ ਲੋਕ ਮਤਲਬ ਅੱਜ ਕੱਲ੍ਹ ਬਾਕੀ ਚੀਜ਼ਾਂ ਬਾਰੇ ਅਵੇਅਰ ਨੇ, ਉਹਨਾਂ ਨੂੰ ਫੈਮਿਲੀ ਪਲੈਨਿੰਗ ਚੋਇਸਿਸ ਦਾ ਵੀ ਉਤਨਾ ਹੀ ਪਤਾ ਹੈ। ਸੋ ਜਿੰਨੀਆਂ ਅਨਵਾਂਟਡ ਪ੍ਰੈਗਨੈਂਸੀਜ਼ ਹੈ, ਅਗਰ ਹੋ ਜਾਂਦੀਆਂ ਇਸ ਪੀਰੀਅਡ ਦੇ ਦੌਰਾਨ, ਤੇ ਇਟ ਇਜ਼ ਅਗੇਨ ਦ ਚੋਇਸ ਆਫ ਦ ਕਪਲ ਕਿ ਉਹ ਕੰਟੀਨਿਊ ਕਰਨਾ ਚਾਹੁੰਦੇ ਹੈ ਜਾਂ ਨਹੀਂ ਚਾਹੁੰਦੇ। ਪਰ ਉਹਨਾਂ ਨੂੰ ਆਪਣੇ ਨਜ਼ਦੀਕ ਦੇ ਆਥੋਰਾਈਜ਼ਡ MTP ਸੈਂਟਰ 'ਚ ਜਾ ਕੇ ਤੇ ਉਹਦੇ ਬਾਰੇ ਕੰਸਲਟੇਸ਼ਨ ਲੈਣੀ ਚਾਹੀਦੀ ਹੈ, ਔਰ ਲੈ ਕੇ ਤੇ ਅਗਰ ਉਹ ਨਹੀਂ ਰੱਖਣੀ ਚਾਹੁੰਦੇ ਪ੍ਰੈਗਨੈਂਸੀ ਤੇ ਟਰਮੀਨੇਟ ਕਰਵਾ ਸਕਦੇ ਆ। ਪਰ ਕਈ ਲੋਕ ਜਿਹੜੇ ਕਿ ਥੋੜ੍ਹਾ ਜਿਹਾ ਇੰਨੀ ਅਵੇਅਰ ਨਹੀਂ ਹੈ ਇਸ ਚੀਜ਼ ਦੇ, ਜਾਂ ਅਗਰ ਕੋਈ ਵਿਲੇਜਸ 'ਚ ਹੈ ਜਾਂ ਜਿਨ੍ਹਾਂ ਨੂੰ ਨਜ਼ਦੀਕ ਤੇ ਕੋਈ ਪ੍ਰੋਪਰ ਅਵੇਲੇਬਿਲਿਟੀ ਨਹੀਂ ਹੈ ਡਾਕਟਰ ਦੀ, ਹੋ ਸਕਦਾ ਹੈ ਕਿ ਥੋੜ੍ਹਾ ਜਿਹਾ ਪਾਪੂਲੇਸ਼ਨ ਜਿਹੜੀ ਹੈ ਉਹਦੇ 'ਚ ਫਰਕ ਪਏ ਔਰ ਅਨਵਾਂਟਡ ਡਿਲੀਵਰੀਜ਼ ਹੋਣ। ਸੋ ਮੈਮ ਨਾਲੋਂ ਨਾਲ ਇੱਕ ਚੀਜ਼ ਇਹ ਵੀ ਬਣਦੀ ਹੈ ਕਿ ਇਸ ਵੇਲੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ ਸਪੈਸ਼ਲੀ ਪ੍ਰੈਗਨੈਂਟ ਲੇਡੀਜ਼ ਨੂੰ ਕੀ ਕਰਨਾ ਚਾਹੀਦਾ ਤੇ ਕਿਹੜੇ ਮੇਜਰਸ ਲੈਣੇ ਚਾਹੀਦੇ ਨੇ? ਇਮਿਊਨਿਟੀ ਵਾਸਤੇ ਸਭ ਤੋਂ ਇੰਪੋਰਟੈਂਟ ਹੈਗਾ ਸਟ੍ਰੈਸ ਨਹੀਂ ਲੈਣਾ, ਬਿਕੋਜ਼ ਸਟ੍ਰੈਸ ਜਿਹੜਾ ਉਹ ਸਾਡੇ ਸਾਰੇ ਇਮਿਊਨ ਸਿਸਟਮ ਨੂੰ ਚੇਂਜ ਕਰ ਦਿੰਦਾ ਹੈ। ਸੋ ਕੋਵਿਡ ਤੋਂ ਡਰਨਾ ਨਹੀਂ ਹੈ, ਕੋਵਿਡ ਨੂੰ ਸਮਝਣਾ ਹੈ। ਠੀਕ ਹੈ, ਅਗਰ ਅਸੀਂ ਸਮਝ ਲੈਂਦੇ ਹਾਂ ਔਰ ਅਸੀਂ ਸਟ੍ਰੈਸ ਫਰੀ ਰਹਿੰਦੇ ਹਾਂ ਤਾਂ ਸਾਡਾ ਇਮਿਊਨ ਸਿਸਟਮ ਕਾਫੀ ਸਟਰੋਂਗ ਰਹਿੰਦਾ। ਬਾਕੀ ਜਿਹੜਾ ਸੈਕਿੰਡ ਹੈ ਉਹ ਹੈ ਡਾਇਟ ਦੇ ਵਿੱਚ ਅੱਛਾ ਭੋਜਨ, ਬੈਲੈਂਸਡ ਡਾਇਟ, ਉਹ ਸਾਰੇ ਪੇਸ਼ੈਂਟਸ ਨੂੰ ਅਸੀਂ ਡੇ ਟੂ ਡੇ ਵੈਸੇ ਹੀ ਅਵੇਅਰ ਕਰਦੇ ਹਾਂ। ਪਰ ਉਹਦੇ 'ਚ ਜਿਹੜੇ ਮਾਈਕਰੋ ਨਿਊਟਰੀਐਂਟਸ ਹੈ, ਜਿਸ ਤਰ੍ਹਾਂ ਮਿਨਰਲਸ ਹੈ, ਜ਼ਿੰਕ ਹੈ, ਸੈਲੀਨੀਅਮ ਹੈ, ਇਹ ਸਾਰੇ ਮਾਈਕਰੋ ਨਿਊਟਰੀਐਂਟਸ ਵਾਲੇ ਜਿਹੜੇ ਜਾਂ ਐਂਟੀਆਕਸੀਡੈਂਟ ਵਾਲੇ ਫੂਡਸ ਹੈ, ਉਹਨਾਂ ਨੂੰ ਪ੍ਰੈਫਰ ਕਰਨਾ ਚਾਹੀਦਾ ਹੈ। ਐਂਡ ਦੇ ਸ਼ੁੱਡ ਨੋ, ਐਵਰੀਬਡੀ ਸ਼ੁੱਡ ਨੋ ਵਾਟ ਦੇ ਆਰ ਈਟਿੰਗ, ਕਿਉਂਕਿ ਇਹ ਸਾਰਾ ਕੁਝ ਦੇਖੋ ਇਹ ਇੱਕ ਖਾਣ ਤੋਂ, ਵਾਇਰਸਿਸ ਤੋਂ, ਇਹਨਾਂ ਚੀਜ਼ਾਂ ਤੋਂ ਹੀ ਬਿਮਾਰੀ ਬਣੀ ਹੈ ਨਾ। ਸੋ ਵੀ ਸ਼ੁੱਡ ਬੀ ਕੇਅਰਫੁਲ ਅਬਾਊਟ ਵਾਟ ਵੀ ਆਰ ਈਟਿੰਗ, ਉਹਦੇ ਨਾਲ ਸਾਡਾ ਇਮਿਊਨ ਸਿਸਟਮ ਸਟਰੋਂਗ ਹੋ ਜਾਏਗਾ। ਬਾਕੀ ਸਮੋਕਿੰਗ, ਐਲਕੋਹਲ, ਟਰੈਵਲ, ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਤਾਂ ਕਿ ਅਸੀਂ ਇਨਫੈਕਸ਼ਨ ਘੱਟ ਤੋਂ ਘੱਟ ਕੰਟੈਕਟ ਕਰੀਏ। ਤੇ ਮੈਮ ਜੇਕਰ ਅਸੀਂ ਗੱਲ ਕਰੀਏ ਜਿਹੜੀ ਲੇਡੀਜ਼ ਆਲਰੇਡੀ ਕਨਸੀਵ ਕਰ ਚੁੱਕੀਆਂ ਸੀਗੀਆਂ, ਦੇ ਆਰ ਹੈਵਿੰਗ ਟਾਈਮ ਇਨਟੂ ਮਾਰਚ, ਮਈ, ਜੂਨ ਦੇ ਵਿੱਚ, ਉਹਨਾਂ ਲੋਕਾਂ ਲਈ ਰਿਸਕ ਕਿੰਨਾ ਆ ਤੇ ਉਹਨਾਂ ਲੋਕਾਂ ਨੂੰ ਸੇਫਟੀ ਕਿਸ ਤਰੀਕੇ ਨਾਲ ਹਸਪੀਟਲਸ ਪ੍ਰੋਵਾਈਡ ਕਰ ਰਹੇ ਨੇ, ਕਿਉਂਕਿ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਜ਼ਿਆਦਾ ਡਰ ਹੈ ਇਸ ਵੇਲੇ? ਬਿਲਕੁਲ, ਬਹੁਤ ਅੱਛਾ ਕੁਐਸਚਨ ਹੈ। ਲੇਕਿਨ ਜਿਹੜੀ ਪ੍ਰੈਗਨੈਂਸੀ ਔਰ ਡਿਲੀਵਰੀ ਹੈ ਉਹਦੇ ਵਿੱਚ ਕਈ ਚੀਜ਼ਾਂ ਟਾਈਮ ਬਾਉਂਡ ਹੁੰਦੀਆਂ, ਕਈ ਚੀਜ਼ਾਂ ਟਾਈਮ ਫਰੇਮ 'ਚ ਹੀ ਕਰਨੀਆਂ ਪੈਂਦੀਆਂ। ਜਿਸ ਤਰ੍ਹਾਂ ਕਿ ਕੁਛ ਇੱਕ ਅਲਟਰਾਸਾਊਂਡ ਸਕੈਨਸ, ਕਿ ਫਸਟ ਟ੍ਰਾਈਮੈਸਟਰ 'ਚ ਅਨੈਮਲੀ ਸਕੈਨ ਕਰਾਉਣਾ ਹੈ, ਜਾਂ ਅਸੀਂ
5th ਮੰਥ ਵਿੱਚ ਅਨੈਮਲੀ ਸਕੈਨ ਕਰਾਉਣਾ ਹੈ ਜਾਂ ਅਸੀਂ ਕਲਰ ਡੋਪਲਰ ਸਕੈਨ ਕਰਵਾਉਣਾ ਹੈ। ਸੋ ਉਹ ਸਾਨੂੰ ਟਾਈਮ ਟੂ ਟਾਈਮ ਜਿਹੜੇ ਪੇਸ਼ੈਂਟਸ ਹੈ ਅੱਜ ਕੱਲ੍ਹ ਜਿਸ ਤਰ੍ਹਾਂ ਹੀ ਅਸੀਂ ਅਪਾਇੰਟਮੈਂਟ ਦਿੰਦੇ ਹਾਂ ਮੋਸਟਲੀ ਟੈਲੀਫੋਨ 'ਤੇ ਦੇ ਵਿਲ ਟੈਲ ਅਸ ਕਿ ਸਾਡਾ ਕਿਹੜਾ ਮੰਥ ਚੱਲਦਾ ਹੈ। ਅਕੋਰਡਿੰਗਲੀ ਅਸੀਂ ਉਹਨਾਂ ਨੂੰ ਬੁਲਾ ਕੇ ਵੀ ਆਰ ਕੇਟਰਿੰਗ ਟੂ ਆਲ ਦੇਅਰ ਨੀਡਸ। ਅਤੇ ਜਿਸ ਤਰ੍ਹਾਂ ਪੇਸ਼ੈਂਟਸ ਕੋਈ ਫੁੱਲ ਟਰਮ ਹੋ ਰਹੇ ਹੈ ਅਤੇ ਡਿਲੀਵਰੀਜ਼ ਨੋਰਮਲ ਵੇ ਨਾਲ ਚੱਲ ਰਹੀਆਂ। ਮੈਟਰਨਿਟੀ ਕਦੀ ਨਹੀਂ ਰੁਕ ਸਕਦਾ। ਸੋ ਇਟਸ ਗੋਇੰਗ ਔਨ। ਪਰ ਅਫਕੋਰਸ ਉਹ ਡਰ ਕੇ ਆਉਂਦੇ ਹੈ, ਰਿਲੇਟਿਵਸ ਅਟੈਂਡੈਂਟਸ ਘੱਟ ਆਉਂਦੇ ਆ ਹਸਪੀਟਲ 'ਚ। ਅਗਰ ਜ਼ਿਆਦਾ ਆ ਜਾਂਦੇ ਆ ਤਾਂ ਅਸੀਂ ਖੁਦ ਹੀ ਉਹਨਾਂ ਨੂੰ ਸਮਝਾ ਦਿੰਦਾ ਕਿ ਘੱਟ ਤੋਂ ਘੱਟ ਆਉਣ। ਆਈ ਥਿੰਕ ਐਵਰੀਬਡੀ ਇਜ਼ ਕੈਰਿੰਗ ਸੈਨੀਟਾਈਜ਼ਰਸ ਵਿਦ ਦੈਮ, ਐਵਰੀਬਡੀ ਇਜ਼ ਵੇਅਰਿੰਗ ਦੇਅਰ ਮਾਸਕਸ। ਲੇਕਿਨ ਫਿਰ ਵੀ ਕਈ ਵਾਰ ਦੇਖਿਆ ਗਿਆ ਜਿਸ ਤਰ੍ਹਾਂ ਹੀ ਉਹ ਮੇਰੇ ਚੈਂਬਰ 'ਚ ਆਉਂਦੇ ਹੈ ਅਤੇ ਉਹ ਆਪਣਾ ਮਾਸਕ ਨੀਚੇ ਕਰ ਲੈਂਦੇ ਆ। ਦੇ ਵਾਂਟ ਟੂ ਹੈਵ ਦੈਟ ਕੰਟੈਕਟ, ਫੇਸ ਟੂ ਫੇਸ ਕੰਟੈਕਟ। ਅਤੇ ਉਹਨਾਂ ਨੂੰ ਨਾਲੋਂ ਨਾਲ ਦੱਸਣਾ ਪੈਂਦਾ ਕਿ ਆਪਣਾ ਨੱਕ ਕਵਰ ਕਰੋ, ਠੀਕ ਹੈ, ਆਪਣਾ ਪੂਰਾ ਮੂੰਹ ਔਰ ਨਾਕ ਕਵਰ ਕਰੋ। ਸੋ ਯੂ ਹੈਵ ਟੂ ਕੀਪ ਔਨ ਗਾਈਡਿੰਗ ਦੈਮ ਪ੍ਰੋਬੇਬਲੀ। ਸੋ ਮੈਮ ਮੈਂ ਇੱਕ ਕੁਐਸਚਨ ਇਹ ਜ਼ਰੂਰ ਕਰੂੰਗਾ ਕਿ ਪ੍ਰਾਈਵੇਟ ਅਦਾਰਿਆਂ ਨੂੰ ਕੁਝ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਗਵਰਨਮੈਂਟ ਵੱਲੋਂ, ਉਹ ਕਿੰਨੀਆਂ ਕੁ ਹੁਣ ਤੱਕ ਕਾਮਯਾਬ ਹੋਈਆਂ ਨੇ ਅਤੇ ਕਿੰਨੀਆਂ ਕੁ ਨਾਕਾਮਯਾਬ ਰਹੀਆਂ ਨੇ? ਦੇਖੋ, ਇੱਕ ਇਸ ਕੰਟਰੀ ਦੇ ਇੱਕ ਰਿਸਪੋਂਸਿਬਲ ਸਿਟੀਜ਼ਨ ਹੋਣ ਦੇ ਨਾਤੇ ਆਈ ਵੁੱਡ ਰੀਅਲੀ ਵਾਂਟ ਟੂ ਸੇ ਕਿ ਜੇ ਕੋਵਿਡ-19 ਜਿੰਨਾ ਇੰਡੀਆ ਵਾਸਤੇ ਨਿਊ ਸੀ, ਜਿੰਨਾ ਲੋਕਾਂ ਵਾਸਤੇ ਨਿਊ ਸੀ, ਜਿੰਨਾ ਦੁਨੀਆ ਵਾਸਤੇ ਨਵਾਂ ਹੈ, ਓਨਾ ਹੀ ਸਾਡੀ ਸਰਕਾਰ ਲਈ ਵੀ ਨਵਾਂ ਹੈ, ਠੀਕ ਹੈ। ਇੱਕਦਮ ਜਦੋਂ ਕੋਈ ਵੀ ਚੀਜ਼ ਪ੍ਰੋਮਿਸ ਹੁੰਦੀ ਹੈ ਕਿ ਤੁਸੀਂ ਇਹ ਕਰੋ, ਤੁਹਾਨੂੰ ਅਸੀਂ ਇਸ ਤਰ੍ਹਾਂ ਕਰਾਂਗੇ, ਉਸ ਤਰ੍ਹਾਂ ਕਰਾਂਗੇ, ਉਹਨੂੰ ਐਗਜ਼ੀਕਿਊਟ ਹੋਣ 'ਚ ਟਾਈਮ ਲੱਗਦਾ ਹੈ। ਵੀ ਆਰ ਰੈਡੀ ਟੂ ਵੇਟ, ਠੀਕ ਹੈ। ਅਸੀਂ ਉਹ ਟਾਈਮ ਨੂੰ ਜਿਹੜਾ ਹੈ ਵੀ ਉਹ ਟਾਈਮ ਦੇ ਸਕਦੇ ਹਾਂ ਆਪਣੀ ਗਵਰਨਮੈਂਟ ਨੂੰ। ਲੇਕਿਨ ਐਟ ਦ ਸੇਮ ਟਾਈਮ ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਹੈ, ਜਦੋਂ ਕਿ ਸਾਨੂੰ ਬੜੀ ਅੱਛੀ ਤਰ੍ਹਾਂ ਪਤਾ ਹੈ ਕਿ ਉਹ ਸਾਰਾ ਹੈਲਥ ਕੇਅਰ ਸਿਸਟਮ ਸਿਰਫ ਗਵਰਨਮੈਂਟ ਸੈਕਟਰ ਨਾਲ ਨਹੀਂ ਚੱਲ ਸਕਦਾ, ਪ੍ਰਾਈਵੇਟ ਸੈਕਟਰ ਨੂੰ ਵੀ ਉਹਦੇ ਵਿੱਚ ਆਉਣਾ ਪਏਗਾ। ਪ੍ਰਾਈਵੇਟ ਸੈਕਟਰ ਨੂੰ ਕਿਸੇ ਕਿਸਮ ਦੀ ਕੋਈ ਏਡ, ਕੋਈ ਹੈਲਪ, ਕੋਈ ਰਿਬੇਟ ਨਹੀਂ ਹੈ ਹੁਣ ਤੱਕ, ਅਤੇ ਉਹਦੇ ਬਾਰੇ ਗਵਰਨਮੈਂਟ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਅਗਰ ਹੋਰ ਕੁਛ ਨਹੀਂ ਤਾਂ ਟੂ ਬਿਗਿਨ ਵਿਦ ਸਾਨੂੰ ਪ੍ਰਾਈਵੇਟ ਹਸਪੀਟਲਸ ਨੂੰ ਸਾਡੇ ਕੋਈ ਬੈਡਸ ਦੇ ਹਿਸਾਬ ਦੇ ਨਾਲ PPE ਕਿਟਸ, ਸੈਨੀਟਾਈਜ਼ਰਸ, ਸਾਡੇ ਇੱਥੇ ਸਾਰਾ ਡਿਸਇਨਫੈਕਟ ਕਰਨ ਦਾ ਸਿਸਟਮ, ਉਹਦੇ ਬਾਰੇ ਹੀ ਇਮੀਡੀਏਟਲੀ ਅਗਰ ਗਵਰਨਮੈਂਟ ਇਸ ਚੀਜ਼ ਨੂੰ ਦੇਖ ਲਏ ਤਾਂ ਆਈ ਥਿੰਕ ਵਿਲ ਬੀ ਵੈਰੀ ਵੈਰੀ ਗ੍ਰੇਟਫੁਲ। ਕਿਉਂਕਿ ਉਹ ਸਾਡੇ 'ਤੇ ਇੱਕ ਐਕਸਟਰਾ ਫਾਈਨੈਂਸ਼ੀਅਲ ਬਰਡਨ ਪੈ ਗਿਆ ਔਰ ਪੇਸ਼ੈਂਟਸ ਦੀ ਪੇਇੰਗ ਕਪੈਸਿਟੀ ਵੀ ਬਹੁਤ ਘੱਟ ਹੈ ਬਿਕੋਜ਼ ਮੋਸਟ ਆਫ ਦ ਪੀਪਲ ਆਰ ਸਿਟਿੰਗ ਐਟ ਹੋਮ ਨਾਟ ਵਰਕਿੰਗ। ਅੱਛਾ, ਅਗਰ ਕੋਈ ਦੁੱਖ ਤਕਲੀਫ ਨਾਲ ਆ ਜਾਂਦਾ ਹੈ, ਅਗਰ ਡਾਕਟਰ ਆਪਣੀ ਜੈਨੂਇਨ ਫੀਸ ਵੀ ਮੰਗਦਾ ਹੈ ਅਤੇ ਕਿਸੇ ਟਾਈਮ ਪੇਸ਼ੈਂਟ ਦੇ ਕੋਲ ਨਹੀਂ ਦੇਣ ਦੀ ਕਪੈਸਿਟੀ, ਅਤੇ ਹਿਊਮਨਟੇਰੀਅਨ ਗਰਾਊਂਡਸ 'ਤੇ ਉਹ ਸਾਡੇ ਤੋਂ ਐਕਸਪੈਕਟ ਕਰਦੇ ਆ ਕਿ ਅਸੀਂ ਉਸਨੂੰ ਮਾਫ ਕਰ ਦਈਏ ਔਰ ਰੱਬ ਤੋਂ ਡਰਦੇ ਹੋਏ ਅਸੀਂ ਵੀ ਉਹਨੂੰ ਫੋਰਗੋ ਕਰ ਦਈਦਾ। ਪਰ ਫਿਰ ਅਸੀਂ ਆਪਣੇ ਐਕਸਪੈਂਸਿਸ ਨੂੰ ਕਿਸ ਤਰ੍ਹਾਂ ਮੀਟ ਕਰਾਂਗੇ, ਠੀਕ ਹੈ। ਅਸੀਂ ਬਿਲਕੁਲ ਬਿਲੀਵ ਕਰਦੇ ਹਾਂ ਇਸ ਚੀਜ਼ 'ਚ ਕਿ ਅਗਰ ਅਸੀਂ ਇਸ ਪ੍ਰੋਫੈਸ਼ਨ ਤੋਂ ਸਾਰੀ ਲਾਈਫ ਅਰਨ ਕੀਤਾ ਹੈ, ਅਗਰ ਇਹ 5-6 ਮਹੀਨੇ ਅਸੀਂ ਆਪਣੇ ਕੋਲੋਂ ਵੀ ਆਪਣੇ ਪੇਸ਼ੈਂਟਸ ਨੂੰ ਕੁਛ ਦੇ ਦਾਂਗੇ ਅਤੇ ਉਹਦੇ 'ਚ ਕੋਈ ਨੁਕਸਾਨ ਨਹੀਂ ਹੈ। ਦੁਨੀਆ ਬਹੁਤ ਸੋਸ਼ਲ ਵਰਕ ਕਰਦੀ ਹੈ, ਪਰ ਅਸੀਂ ਇਸ ਚੀਜ਼ ਲਈ ਕਿਸੇ ਵੀ ਪਰਟੀਕੂਲਰ ਡਾਕਟਰ ਨੂੰ ਫੋਰਸ ਨਹੀਂ ਕਰ ਸਕਦੇ। ਇਹ ਸਾਡੀ ਆਪਣੀ ਕੌਨਸ਼ੀਅਸ ਹੈ ਔਰ ਹਰ ਕੋਈ ਕਰ ਵੀ ਰਿਹਾ, ਠੀਕ ਹੈ। ਰਾਤ ਨੂੰ ਉੱਠ ਕੇ ਪੇਸ਼ੈਂਟਸ ਦੇਖਣੇ, ਕੋਵਿਡ-19 ਦੇ ਜ਼ਮਾਨੇ 'ਚ ਜਦੋਂ ਕਿ ਕੋਈ ਆਪਣੇ ਘਰੋਂ ਬਾਹਰ ਨਹੀਂ ਨਿਕਲ ਰਿਹਾ, ਠੀਕ ਹੈ, ਸਟਿਲ ਡਾਕਟਰਸ ਆਰ ਟਰਾਈਂਗ ਟੂ ਡੂ ਦੇਅਰ ਬੈਸਟ ਐਂਡ ਗਵਰਨਮੈਂਟ ਸ਼ੁੱਡ ਆਲਸੋ ਲੁੱਕ ਇਨਟੂ ਇਟ ਸਲੋਲੀ ਗ੍ਰੈਜੂਅਲੀ ਦੋ ਕਿ ਅਸੀਂ ਕੀ ਪ੍ਰਾਈਵੇਟ ਸੈਕਟਰ ਲਈ ਕਰ ਸਕਦੇ ਹਾਂ। ਔਰ ਉਹਦੇ ਵਾਸਤੇ ਮੇਰੇ ਖਿਆਲ ਸਾਡੀ IMA ਔਰ ਸਾਡੇ ਜਿਹੜੇ ਚੋਜ਼ਨ ਲੀਡਰਸ ਹੈ, ਜਿਹੜੇ ਸਾਡੇ ਡਾਕਟਰਸ ਦੇ ਸਪੋਕਸ ਪਰਸਨ ਹੈ, ਦੇ ਆਰ ਆਲਸੋ ਟਰਾਈਂਗ ਟੂ ਪੁੱਟ ਇਟ ਅਕ੍ਰੋਸ, ਆਈ ਥਿੰਕ ਸੋ। ਔਰ ਇੱਕ ਚੀਜ਼ ਮੈਂ ਜ਼ਰੂਰ ਕਹਾਂਗੀ ਕਿ ਗਵਰਨਮੈਂਟ ਦੇ ਕਿਸੇ ਵੀ ਸੀਨੀਅਰ ਬੰਦੇ ਨੂੰ ਕੋਈ ਵੀ ਨੈਗੇਟਿਵ ਰਿਮਾਰਕ ਡਾਕਟਰਸ ਬਾਰੇ ਨਹੀਂ ਦੇਣਾ ਚਾਹੀਦਾ ਐਂਡ ਸਪੈਸ਼ਲੀ ਮੀਡੀਆ ਪਰਸਨਸ ਨੂੰ ਵੀ। ਅਗਰ ਛੋਟੀ ਮੋਟੀ ਕੋਈ ਡਾਕਟਰਸ ਦੇ ਕੋਲੋਂ ਲੈਪਸ ਵੀ ਹੋ ਜਾਂਦਾ, ਉਹਨੂੰ ਇਗਨੋਰ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਟਰਸਟ ਹੈ, ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਹੈ, ਜਿਹੜਾ ਸਾਡਾ ਇੱਕ ਆਪਸ 'ਚ ਬੌਂਡ ਹੈ, ਉਹ ਕਿਸੇ ਵੀ ਸੂਰਤ 'ਚ ਵੀਕਨ ਨਾ ਹੋਏ ਔਰ ਉਹ ਵੀ ਇਹਨਾਂ ਟਾਈਮਸ ਦੇ ਵਿੱਚ ਜਦੋਂ ਕਿ ਵੀ ਨੀਡ ਦੈਟ ਬੌਂਡ ਮੋਸਟ। ਸੋ ਦਿਸ ਇਜ਼ ਵਾਟ ਆਈ ਵਾਂਟ ਟੂ ਸੇ। ਤੁਸੀਂ ਬਹੁਤ ਚੰਗੀ ਗੱਲ ਕੀਤੀ ਕਿ ਜਿਹੜੇ ਲੋਕ ਜ਼ਰੂਰਤਮੰਦ ਹੁੰਦੇ ਆ, ਕਿਉਂਕਿ ਇਸ ਵੇਲੇ ਕਿਸੇ ਦਾ ਵੀ ਕੰਮ ਨਹੀਂ ਚੱਲ ਰਿਹਾ ਸਿਵਾਏ ਇੱਕ ਮੀਡੀਆ ਹਬਸ, ਪੁਲਿਸ ਅਤੇ ਜਿੰਨੇ ਵੀ ਰੈਗੂਲਰ ਗਰੋਸਰੀ ਦੇ ਲੋਕ ਨੇ, ਹੈ ਨਾ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਪ੍ਰਾਈਵੇਟ ਹੈਲਥ ਸੈਕਟਰ ਨੂੰ ਤੁਸੀਂ ਰਿਬੇਟਸ ਦੀ ਗੱਲ ਕੀਤੀ, ਰਿਬੇਟਸ ਦੇ ਫਾਰਮ ਦੇ ਵਿੱਚ ਕੀ ਚੀਜ਼ਾਂ ਉਹ ਅਵੇਲ ਕਰ ਸਕਦੇ ਨੇ ਜਿਹੜੀਆਂ ਹਾਲੇ ਤੱਕ ਨਹੀਂ ਕੀਤੀਆਂ ਗਈਆਂ ਗਵਰਨਮੈਂਟ ਵੱਲੋਂ? ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ ਕੋਈ ਇਲੈਕਟ੍ਰਿਸਿਟੀ ਬਿਲਸ, ਜਿਸ ਤਰ੍ਹਾਂ ਕਿ ਆਕਸੀਜਨ ਸਪਲਾਈ ਵਗੈਰਾ ਕੋਈ ਥੋੜ੍ਹੀ ਸਸਤੀ ਹੋ ਜਾਏ, ਜਿਹੜੀਆਂ ਮੈਡੀਕਲ ਕਮੋਡਿਟੀਜ਼ ਹੈ ਉਹਨਾਂ ਦੇ ਉੱਪਰ ਹੀ ਕੋਈ ਟੈਕਸ ਟੁਕਸ ਮਾਫ ਹੋ ਜਾਏ, ਵਾਟ ਐਵਰ ਵੀ ਆਰ ਯੂਜ਼ਿੰਗ ਔਨ ਦ ਪੇਸ਼ੈਂਟਸ।
ਐਂਡ ਸਿਮਿਲਰਲੀ ਜਿਹੜੀ ਸਾਡੀ ਪਰਸਨਲ ਇਕਵਿਪਮੈਂਟ ਹੈ, ਜਿਸ ਤਰ੍ਹਾਂ ਮੈਂ ਕਿਹਾ, ਉਹ ਸਾਨੂੰ ਸਪਲਾਈ ਹੋ ਜਾਏ। ਆਈ ਥਿੰਕ ਸਾਨੂੰ ਇੰਨਾ ਹੀ ਬਹੁਤ ਹੈ ਟੂ ਬਿਗਿਨ ਵਿਦ। ਔਰ ਦੂਸਰਾ, ਅਗਰ ਸਾਡੇ ਵਾਸਤੇ ਕੋਈ ਪੋਜ਼ਿਟਿਵ ਵਰਡ ਕਹਿ ਦੇ ਡਾਕਟਰਸ ਦੀ ਤਾਰੀਫ 'ਚ, ਤੇ ਅਸੀਂ ਤੇ ਉਹਦੇ ਨਾਲ ਹੀ ਬਹੁਤ ਖੁਸ਼ ਹੋ ਜਾਵਾਂਗੇ, ਜਿਹੜੇ ਫਰੰਟ ਲਾਈਨ ਵਰਕਰਸ ਐਂਡ ਵੀ ਆਰ ਰੈਡੀ ਟੂ ਵਰਕ। ਔਰ ਇੱਕ ਦਿਨ ਵਾਸਤੇ ਵੀ ਮੇਰੇ ਖਿਆਲ 'ਚ ਅਸੀਂ ਆਪਣੇ ਹਸਪੀਟਲਸ ਜਿਹੜੇ ਹੈ ਬੰਦ ਨਹੀਂ ਕੀਤੇ, ਔਰ ਕਿਸੇ ਵੀ ਪੇਸ਼ੈਂਟ ਨੂੰ ਅਸੀਂ ਰਿਫਿਊਜ਼ ਨਹੀਂ ਕੀਤਾ। ਐਂਡ ਇੱਕ ਬੜਾ ਅੱਛੀ ਚੀਜ਼ ਆਈ ਹੈ ਸਾਡੀ ਕੰਟਰੀ 'ਚ 25 ਮਾਰਚ ਤੋਂ ਬਾਅਦ, ਦੈਟ ਵਾਜ਼ ਕਿ ਡਾਕਟਰਸ ਨੂੰ ਟੈਲੀਮੈਡੀਸਨ ਪ੍ਰੈਕਟਿਸ ਕਰਨ ਦੀ ਪਰਮਿਸ਼ਨ ਮਿਲ ਗਈ ਹੈ। ਉਸ ਦੇ ਨਾਲ ਕੀ ਹੈ ਕਿ ਅਸੀਂ ਆਪਣੇ ਪੇਸ਼ੈਂਟਸ ਨੂੰ ਫ੍ਰੀਲੀ, ਬਿਨਾਂ ਕਿਸੇ ਡਰ ਦੇ, ਥੋੜ੍ਹੀ ਬਹੁਤ ਐਮਰਜੈਂਸੀ ਮੈਡੀਸਨ ਫੋਨ 'ਤੇ ਦੱਸਣ ਦੇ ਕੇਪੇਬਲ ਹੋ ਗਏ ਹਾਂ। ਪਹਿਲੇ ਅਸੀਂ ਉਸ ਚੀਜ਼ ਤੋਂ ਵੀ ਡਰਦੇ ਸੀ ਕਿ ਕੋਈ ਇਸ ਚੀਜ਼ ਨੂੰ ਗਲਤ ਨਾ ਲੈ ਲਏ, ਜਾਂ ਸਾਨੂੰ ਰੂਲਿੰਗ ਸੀ, ਗਾਈਡਲਾਈਨ ਸੀ ਕਿ ਨਹੀਂ ਕਰਨਾ। ਸੋ ਨਾਓ ਵੀ ਆਰ ਡੂਇੰਗ ਦੈਟ ਆਲਸੋ। ਸੋ ਅਸੀਂ ਥੋੜ੍ਹੀ ਬਹੁਤੀ ਹੈਲਪ ਨਾਲ ਹੀ ਬੜੇ ਖੁਸ਼ ਹੋ ਜਾਵਾਂਗੇ। ਬਾਕੀ ਸਾਡੇ ਸਪੋਕਸਪਰਸਨ ਆਰ ਦੇਅਰ ਟੂ ਲੁੱਕ ਆਫਟਰ। ਸੋ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਡਾਕਟਰ ਅਮਿਤਾ ਸ਼ਰਮਾ ਨੇ ਇਹੀ ਦੱਸਿਆ ਹੈ ਕਿ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਉਹ ਪ੍ਰੋਨ ਜ਼ਰੂਰ ਨੇ, ਬਟ ਪ੍ਰੀਕਾਸ਼ਨਸ ਪੂਰੀਆਂ ਉੱਥੇ ਵਰਤੀਆਂ ਜਾ ਰਹੀਆਂ ਨੇ ਹਸਪੀਟਲਸ ਦੇ ਵਿੱਚ, ਤੇ ਨਾਲੋਂ ਨਾਲ ਗਾਈਡਲਾਈਨਸ ਨੂੰ ਵੀ ਫੋਲੋ ਕਰਕੇ ਇਸ ਚੀਜ਼ ਤੋਂ ਬਚਿਆ ਜਾ ਸਕਦਾ ਹੈ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ ਤੋਂ।